कोई अपने शहीद ਜਾਂ देश भगत ਜਾਂ ਹਿਸਟੋਰੀਅਨ ਆਉਂਦੇ ਆ ਉਹਨਾਂ ਦੇ ਅਪਮਾਨ ਸਮਝਦੇ ਆ ਲੋਕ ਸਾਰੇ ਕੀ ਕੀਤਾ ਗਿਆ ਹੈ। ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਦੇ ਐਕਸ਼ਨਾਂ ਨਾਲ ਐਂ ਲੱਗਦਾ ਕਿ ਇਦੋਂ ਵੱਡਾ ਅਪਮਾਨ ਸ਼ਹੀਦਾਂ ਦਾ ਕਰ ਨਹੀਂ ਸਕਦੇ। ਅਕਾਲੀ ਫੂਲਾ ਸਿੰਘ ਕਿਸੇ ਪਾਰਟੀ ਜਿਹੜੀ ਸਭ ਦੇ ਕੌਮ ਦੇ ਸਾਂਝੇ ਹੈ, ਉੱਥੇ ਵੀ ਇਹਨਾਂ ਨੇ ਸੱਟ ਮਾਰੀ ਹੈ। ਸਿਰਫ ਇਸ ਕਰਕੇ ਨਹੀਂ ਕਿ ਉਹ ਮੇਰੇ ਬਾਪ ਦਾ ਨਾਮ ਰੱਖਤਾ, ਇਸ ਕਰਕੇ ਕਿ ਉਹ ਮੇਰਾ ਬਣ ਗਿਆ ਕਾਲਜ। ਤੁਸੀਂ ਜੇ ਇੰਜੀਨੀਅਰਿੰਗ ਕਾਲਜ ਨਹੀਂ ਚਲਾਉਣਾ, ਸਾਨੂੰ ਮੈਡੀਕਲ ਕਾਲਜ ਦਿਓ। ਸਾਡੇ ਲਹਿਰਾ ਗਾਗਾ ਹਲਕਾ ਜੋ ਹਰਿਆਣੇ ਦੇ ਬਾਰਡਰ ਤੇ ਹੈ, ਬਾਰਡਰ ਤੇ ਹੋਰ ਵੀ ਹਲਕੇ ਹੋਣਗੇ, ਲੇਕਿਨ ਸਾਡੇ ਉਹ ਘੱਗਰ ਦੇ ਨਾਲ ਬੜੇ ਭਾਰੀ ਨੁਕਸਾਨ ਹੁੰਦੇ ਆ। ਉਸ ਹਲਕੇ ਦੇ ਨਾਲ ਸੰਬੰਧਿਤ 3-4 ਇਸ਼ੂ ਲੈ ਕੇ ਆਏ ਹਾਂ। ਇੱਕ ਪੰਜਾਬ ਨਾਲ ਸੰਬੰਧਿਤ ਵੀ ਹੈ, ਇੱਕ 3-4 ਹੈਗਾ। ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਉਹਨਾਂ ਨਾਲ ਗੱਲ ਕੀਤੀ ਕਿ ਜਿਹੜਾ ਸਾਡਾ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ, ਜਿਹੜੀ ਮੌਜੂਦਾ ਸਰਕਾਰ ਹੈ, ਸਾਡੇ ਹਲਕੇ ਨਾਲ ਜਾਂ ਸਾਡੇ ਹਲਕੇ ਦੇ ਸੰਬੰਧਿਤ ਇਸ਼ੂਆਂ ਦੇ ਨਾਲ, ਜਾਂ ਜਿਹੜੇ ਦੇ ਵਿੱਚ ਕੋਈ ਆਪਣੇ ਸ਼ਹੀਦ ਜਾਂ ਦੇਸ਼ ਭਗਤ ਜਾਂ ਹਿਸਟੋਰੀਅਨ ਆਉਂਦੇ ਆ, ਉਹਨਾਂ ਦੇ ਅਪਮਾਨ ਸਮਝਦੇ ਆ ਲੋਕ ਸਾਰੇ ਕੀ ਕੀਤਾ ਗਿਆ ਸਰਕਾਰ ਦੇ ਸਟੈਪਸ ਦੇ ਨਾਲ। ਮੈਂ ਤੁਹਾਨੂੰ 3-4 ਇਸ਼ੂਆਂ ਦੀ ਗੱਲ ਕਰਦੀ ਹਾਂ। ਪਹਿਲਾਂ ਸਾਡਾ ਇੱਥੇ ਲੜਕਾ ਇਹ ਖੜਾ ਹੈਗਾ, ਇਹਦਾ ਭਰਾ ਬੜੇ ਗਰੀਬ ਪਰਿਵਾਰ 'ਚੋਂ ਹੈ। ਇਹਦਾ ਭਰਾ ਜਿਹੜਾ ਹੈਗੇ ਨਾ, ਉਹ ਕੀ ਕੋਬਰਾ ਕਮਾਂਡੋ ਦੇ ਵਿੱਚ ਪਿੱਛੇ ਸ਼ਹੀਦ ਹੋਇਆ ਸੀ, ਯੰਗ ਮੁੰਡਾ, ਤੇ ਤੇਲੰਗਾਨਾ ਦੇ ਵਿੱਚ ਹੋਇਆ ਸੀਗਾ। ਤੇ ਉਹਦੇ ਵਾਸਤੇ ਸਾਡੀ ਮੌਜੂਦਾ ਜਿਹੜੀ ਉਸ ਵਕਤ ਦੀ ਸਾਰੀ ਅਸੀਂ ਪਾਰਟੀ ਦੀ ਸਾਡੀ ਮਿਊਨਿਸਪੈਲਿਟੀ ਸੀ, ਉਹਨਾਂ ਨੇ ਉਹਦੀ ਯਾਦ ਲਈ ਸਾਰੀਆਂ ਪਾਰਟੀਆਂ ਇਕੱਠੀਆਂ ਸੀਗੀਆਂ। ਇਹ ਆਮ ਆਦਮੀ ਪਾਰਟੀ ਵੀ ਵਿੱਚ ਇਕੱਠੀ ਸੀ। ਅਸੀਂ 15 ਲੱਖ ਰੁਪਏ ਉਹਦੀ ਯਾਦਗਾਰ ਲਈ ਰੱਖਿਆ ਸੀ। ਸੌਰੀ ਟੂ ਸੇ ਕਿ ਉਹ ਸਾਡੀ 15 ਲੱਖ ਉੱਥੇ ਲਾਉਣ ਦੀ ਬਜਾਏ ਪੈਸਾ ਇੱਕ ਸ਼ਹੀਦ ਦਾ ਵਾਪਸ ਕਰਾਇਆ ਗਿਆ। ਸ਼ਹੀਦਾਂ ਦੇ ਨਾਮ ਰੱਖਦੇ ਆ ਕਿ ਸ਼ਹੀਦਾਂ ਦੇ ਨਾਲ ਹੀ ਕੌਮਾਂ ਵੱਡੀਆਂ ਹੁੰਦੀਆਂ, ਔਰ ਭਗਵੰਤ ਸਿੰਘ ਮਾਨ ਜਾਂ ਸਾਰੀ ਸਰਕਾਰ ਇਹ ਕਹਾਉਂਦੀ ਅਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹਾਂ ਤੇ ਮਾਣ ਕਰਦੇ ਹਾਂ। ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਦੇ ਐਕਸ਼ਨਾਂ ਨਾਲ ਐਂ ਲੱਗਦਾ ਕਿ ਇਦੋਂ ਵੱਡਾ ਅਪਮਾਨ ਸ਼ਹੀਦਾਂ ਦਾ ਕਰ ਨਹੀਂ ਸਕਦੇ। ਇਹ ਨੰਬਰ 1 ਇਸ਼ੂ ਸਾਡਾ। ਨੰਬਰ 2, ਤੁਸੀਂ ਵੀ ਸਾਰੇ ਜਾਣਦੇ ਹੋਵੋਗੇ, ਅਕਾਲੀ ਫੂਲਾ ਸਿੰਘ ਜਿਹੜਾ ਇੱਕ ਹਿਸਟੋਰੀਅਨ ਹੈ, ਬਹੁਤ ਵੱਡਾ ਸ਼ਹੀਦ ਹੈਗਾ ਸਾਰਾ। ਉਹਦੇ ਪਿੰਡ ਵਿੱਚ ਸਾਡੇ ਸਮੇਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਸੀ 2002 ਤੋਂ 2005 ਦੇ ਵਿੱਚ, ਅਸੀਂ ਉਸ ਵਕਤ ਉੱਥੇ ਦੇਲਾ ਉਹਨਾਂ ਦਾ ਪਿੰਡ ਸੀ ਪੁਰਾਣਾ, ਉਹ ਦੇਲਾ ਵਿੱਚ ਅਸੀਂ ਯੂਨੀਵਰਸਿਟੀ ਕੈਂਪਸ ਬਣਾਇਆ ਸੀ। ਮੈਂ ਕਾਫੀ ਸਾਲ ਚੱਲਿਆ, ਲੇਕਿਨ ਉਸ ਤੋਂ ਬਾਅਦ ਕਾਂਗਰਸ ਸਰਕਾਰ ਜਾਣ ਦੇ ਨਾਲ ਉਹਨੂੰ ਉੱਥੋਂ ਖਤਮ ਕਰਨਾ ਸ਼ੁਰੂ ਕਰਤਾ। ਅੱਜ ਉੱਥੋਂ ਬਦਲ ਕੇ ਉਹਨੂੰ ਹੋਰ ਪਾਸੇ ਲਿਜਾ ਰਹੇ ਹੈ। ਮੈਂ ਸਮਝਦੀ ਹਾਂ ਐਦੋਂ ਵੱਡਾ ਅਪਮਾਨ ਹੋ ਨਹੀਂ ਸਕਦਾ। ਅਕਾਲੀ ਫੂਲਾ ਸਿੰਘ ਕਿਸੇ ਪਾਰਟੀ ਜਿਹੜੀ ਸਭ ਦੇ ਕੌਮ ਦੇ ਸਾਂਝੇ ਹੈ, ਉੱਥੇ ਵੀ ਇਹਨਾਂ ਨੇ ਸੱਟ ਮਾਰੀ ਹੈ, ਜਿਹੜੀ ਨਿੰਦਣਯੋਗ ਹੈ, ਜਿਹਦੀ ਅਸੀਂ ਗੱਲ ਕੀਤੀ ਹੈ ਗਵਰਨਰ ਸਾਹਿਬ ਨਾਲ। ਤੀਜੀ ਅਸੀਂ ਗੱਲ ਕੀਤੀ ਹੈ ਕਿ ਇੱਕ ਲਹਿਰਾ ਗਾਗਾ ਇੰਜੀਨੀਅਰਿੰਗ ਕਾਲਜ, ਜਿਹੜਾ ਸਿਰਫ ਇਸ ਕਰਕੇ ਨਹੀਂ ਕਿ ਉਹ ਮੇਰੇ ਬਾਪ ਦਾ ਨਾਮ ਰੱਖਤਾ, ਇਸ ਕਰਕੇ ਕਿ ਉਹ ਮੇਰਾ ਬਣ ਗਿਆ ਕਾਲਜ। ਦੇਸ਼ ਭਗਤਾਂ ਸ਼ਹੀਦਾਂ ਦੇ ਨਾਂ ਰੱਖੇ ਜਾਂਦੇ ਹੈ, ਤੇ ਲੇਕਿਨ ਉਹ ਕਾਲਜ ਸਾਡਾ ਉਹ ਸਰਦਾਰ ਬਿਆਨ ਸਿੰਘ ਜੀ ਵੇਲੇ ਤੋਂ ਚੱਲ ਰਿਹਾ ਸੀ, ਸਾਰਾ ਬਹੁਤ ਵੱਡਾ ਚੱਲਦਾ। ਉਹਨੂੰ ਵੀ ਸਾਡੀਆਂ ਸਰਕਾਰਾਂ ਪਿਛਲੀ ਆਈ ਸਾਥੋਂ ਬਾਅਦ, ਕਾਂਗਰਸ ਤੋਂ ਬਾਅਦ ਵਾਲੀਆਂ, ਤੇ ਅੱਜ ਆਮ ਆਦਮੀ, ਇਹਨਾਂ ਨੇ ਉਹਨੂੰ ਜਿੰਦਾ ਲਾ ਕੇ ਬਿਲਡਿੰਗ ਬਣੀ ਹੈ, ਹੋਸਟਲ ਬਣੇ ਵੇ ਹੈ, ਸਾਰਾ ਵਰਕਿੰਗ ਵਿੱਚ ਸੀ, ਸਾਰੇ ਕੰਮ ਕਰ ਰਹੇ ਸੀ। ਇੰਨੇ ਸਟੂਡੈਂਟਸ ਨੂੰ ਸਾਰਿਆਂ ਨੂੰ ਹੋਰਾਂ ਕੈਂਪਸਾਂ 'ਚ ਭੇਜੋ, ਸਟਾਫ ਨੂੰ ਹੋਰਾਂ ਕੈਂਪਸਾਂ 'ਚ ਭੇਜੋ, ਤਾਂ ਉੱਥੇ ਜਿੰਦਾ ਲਾਇਆ। ਅਸੀਂ ਇਹਦੇ 'ਤੇ ਇਹ ਰਿਕੁਐਸਟ ਕੀਤੀ ਹੈ ਕਿ ਤੁਸੀਂ ਹੋਰ ਇੰਸਟੀਟਿਊਸ਼ਨ ਬਣਾਉਣ ਲਈ ਜ਼ਮੀਨਾਂ ਲੱਭਦੇ ਹੋ, ਸਰਕਾਰ ਕਹਿੰਦੀ ਹੈ ਪੈਸਾ ਹੈ ਨਹੀਂ। ਉੱਥੇ ਜ਼ਮੀਨ ਵੀ ਨਹੀਂ ਲੈਣ ਦੀ ਲੋੜ ਹੈਗੀ ਹੈ, ਉੱਥੇ ਬਿਲਡਿੰਗ ਦੇ ਪੈਸਾ ਲਾਉਣ ਦੀ ਲੋੜ ਨਹੀਂ ਹੈਗਾ। ਤੁਸੀਂ ਜੇ ਇੰਜੀਨੀਅਰਿੰਗ ਕਾਲਜ ਨਹੀਂ ਚਲਾਉਣਾ, ਸਾਨੂੰ ਮੈਡੀਕਲ ਕਾਲਜ ਦਿਓ। ਸਾਡਾ ਬਾਰਡਰ ਤੇ ਕਾਰਨਰ ਤੇ ਹੈ, ਕੋਈ ਇੰਸਟੀਟਿਊਸ਼ਨ ਉੱਥੇ ਚਲਾਓ, ਉਹਨੂੰ ਬੰਦ ਕਰਕੇ ਬਿਲਡਿੰਗ ਵੇਸਟ ਨਾ ਕਰੋ, ਜ਼ਮੀਨ ਵੇਸਟ ਨਾ ਕਰੋ। ਇੱਕ ਸਾਡਾ ਹੋਰ ਜਿਹੜਾ ਪੰਜਾਬ ਦਾ ਮਾਮਲਾ, ਇਹ ਸਾਡਾ ਰਿੰਕੂ ਜੀ, ਰਵਿੰਦਰ ਰਿੰਕੂ ਜੀ ਸਾਡੇ ਪੰਜਾਬ ਦੇ ਪ੍ਰਧਾਨ ਹੈ ਪੰਚਾਇਤ ਯੂਨੀਅਨ ਦੇ, ਔਰ ਇਹਨਾਂ ਨੇ ਆਪਣਾ ਮਾਮਲਾ ਰੱਖਿਆ, ਆਪ ਵੀ ਦੱਸ ਦੇਣਗੇ ਤੁਹਾਨੂੰ ਕਹਿ ਕੇ। ਇੱਥੇ ਫਿਰ ਸਾਡੇ ਨਾਲ ਵਿਤਕਰਾ, ਪੰਜਾਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ ਕਿ ਸਾਰੀਆਂ ਸਟੇਟਾਂ ਜਿਹੜੀਆਂ ਹੋਰ ਵੀ ਕੁਝ ਦੇ ਰਹੀਆਂ ਇਹਨਾਂ ਦੀ ਪੈਨਸ਼ਨ ਦਾ ਜਾਂ ਹੋਰ ਦਾ, ਉਹਦੇ ਵਿੱਚ ਇਹਨਾਂ ਨੂੰ ਧਰਨਿਆਂ 'ਤੇ ਬੈਠਣਾ ਪਿਆ, ਅੱਜ ਵੀ ਬੈਠਣਾ ਪੈ ਰਿਹਾ। ਉਸ ਪਾਸੇ ਵੱਲ ਵੀ ਜਿਨ੍ਹਾਂ ਲੋਕਾਂ ਨੇ ਜਿਤਾ ਕੇ ਐਡਾ ਵੱਡਾ ਫਤਵਾ ਦਿੱਤਾ ਇਸ ਪਾਰਟੀ ਦੀ ਸਰਕਾਰ ਨੂੰ, ਇਹਨਾਂ ਨੇ ਬਹਿੰਦਿਆਂ ਸਾਰੀ ਲੋਕਾਂ ਦੇ ਆਪਣਾ ਐਡਮਿਨਿਸਟ੍ਰੇਟਿਵਲੀ ਗਲ ਘੁੱਟਣੇ ਸ਼ੁਰੂ ਕਰਤੇ, ਜਿਹਦਾ ਰਿਜ਼ਲਟ ਦੇਖਿਆ ਕਿ 4 ਮਹੀਨੇ ਬਾਅਦ ਹੋਣ ਵਾਲੀ ਇਲੈਕਸ਼ਨ 'ਤੇ ਹਾਰੇ ਨੇ। ਇਲੈਕਸ਼ਨ ਹੁਣ ਫੇਰ ਮੂਹਰੇ ਆ ਰਹੀ ਹੈ। ਇਸ ਕਰਕੇ ਅਸੀਂ ਚਾਰੇ ਇਸ਼ੂ ਲੈ ਕੇ ਅੱਜ ਗਵਰਨਰ ਸਾਹਿਬ ਨੂੰ ਮਿਲੇ ਹਾਂ। ਸਾਨੂੰ ਅਸ਼ੋਰ ਕੀਤਾ ਕਿ ਇਹਨਾਂ ਸਾਰਿਆਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਨਾਲ, ਸਰਕਾਰ ਨਾਲ ਉਹ ਗੱਲ ਕਰਨਗੇ। ਪੰਚਾਇਤਾਂ ਵਾਲੇ ਕਿਹੜੇ ਥਾਵਾਂ 'ਤੇ ਕਿਹੜੀ ਸਟੇਟ ਦੇ ਰਹੀ ਹੈ, ਇਹ ਰਿੰਕੂ ਜੀ ਤੁਹਾਨੂੰ ਨਾਲ ਦੱਸ ਦਿੰਦੇ ਨੇ। ਹਾਂਜੀ, ਦੇਖੋ ਜੀ, ਜਿਵੇਂ ਬੀਬੀ ਜੀ ਨੇ ਦੱਸਿਆ, ਕੋਈ ਤਾਂ ਮੈਂ ਰਵਿੰਦਰ ਰਿੰਕੂ ਜੀ, ਸੂਬਾ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ। ਅੱਜ ਅਸੀਂ ਬੀਬੀ ਭੱਠਲ ਜੀ ਦੇ ਨਾਲ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ, ਜਿਹਦੇ ਵਿੱਚ ਬੀਬੀ ਜੀ ਨੇ ਦੱਸਿਆ ਕਿ 3-4 ਮੁੱਦੇ ਸਾਡੇ ਲਹਿਰੇ ਗਾਗੇ ਹਲਕੇ ਦੇ ਸੀਗੇ। ਉਸ ਤੋਂ ਬਾਅਦ ਇੱਕ ਪੰਜਾਬ ਦੀਆਂ ਪੰਚਾਇਤਾਂ ਦੇ ਨਾਲ ਜਿੱਦਾਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇੰਨਾ ਤਸੱਦਦ ਕਰ ਰਹੀ ਹੈ, ਇੰਨਾ ਧੱਕਾ ਕਰ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ 3-4 ਜਿਹੜੇ ਸਰਪੰਚ ਹੈ ਸੁਸਾਈਡ ਕਰਕੇ ਰੱਬ ਨੂੰ ਪਿਆਰੇ ਹੋ ਗਏ ਵਿਚਾਰੇ।
ਹਰੇਕ ਥਾਂ ਤੇ ਸਾਡੇ ਨਾਲ ਧੱਕਾ ਹੋ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਪੰਚਾਇਤਾਂ ਨੂੰ 1200 ਰੁਪਏ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਤੇ ਇੱਕ ਦੋ ਵਾਰੀ ਦਿੱਤਾ ਵੀ ਹੈ, ਪਰ ਜਿੱਦਾਂ ਦੀ ਇਹ ਸਰਕਾਰ ਆਈ ਹੈ ਇੱਕ ਆਨਾ ਜਿਹੜਾ ਹੈਗਾ ਪੰਚਾਇਤਾਂ ਨੂੰ ਨਹੀਂ ਦਿੱਤਾ ਗਿਆ। ਜਿਵੇਂ ਹਰਿਆਣੇ ਦੇ ਵਿੱਚ ਵੀ ਪੰਚਾਇਤਾਂ ਨੂੰ ਮਾਣ ਭੱਤਾ ਮਿਲਦਾ ਹੈ, ਕੇਰਲਾ ਦੇ ਵਿੱਚ ਮਿਲਦਾ ਹੈ, ਬਾਕੀ ਸਟੇਟਾਂ ਦੇ ਵਿੱਚ ਵੀ ਮਿਲਦਾ ਹੈ। ਤੇ ਅਸੀਂ ਇਹ ਮੰਗ ਰੱਖੀ ਹੈ ਕਿ ਜਿਵੇਂ ਮਿਊਨਿਸਪੈਲਿਟੀਆਂ ਦੇ ਚੇਅਰਮੈਨ, ਸਮਿਤੀਆਂ ਦੇ ਚੇਅਰਮੈਨ, ਮਾਰਕੀਟ ਕਮੇਟੀਆਂ ਦੇ ਚੇਅਰਮੈਨ, MLA ਸਾਹਿਬ, MP ਸਾਹਿਬ, ਸਭ ਨੂੰ ਮਾਣ ਭੱਤਾ ਜਾਂ ਤਨਖਾਹਾਂ, ਬੀਮੇ ਸਭ ਕੁਝ ਦਿੱਤਾ ਜਾਂਦਾ ਹੈ। ਪਰ ਪੰਜਾਬ ਦੇ ਵਿੱਚ ਇਕੱਲੀਆਂ ਪੰਚਾਇਤਾਂ ਨੇ ਜਿਹਨੂੰ ਕੁਝ ਨਹੀਂ ਦਿੱਤਾ ਜਾਂਦਾ, ਸਿਰਫ ਸੇਵਾ ਦੇ ਤੌਰ ਤੇ ਕੰਮ ਕਰਦੀਆਂ ਨੇ, ਪਰ ਉਹਨਾਂ ਨੂੰ ਸੇਵਾ ਵੀ ਨਹੀਂ ਕਰਨ ਦਿੱਤੀ ਜਾ ਰਹੀ। ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਖ-ਵੱਖ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ ਜਾ ਰਹੇ ਨੇ। ਇਸ ਦੇ ਸੰਬੰਧ ਵਿੱਚ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ। ਇਹ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਪੋਲੋ ਜੀ ਮੈਂਬਰ ਨੇ, ਇਹ ਸਾਡੇ ਆਪਣੇ ਸ਼ਹੀਦ ਪਰਿਵਾਰ ਦਾ ਹੈ, ਇਹ ਸਾਡੇ ਸੁਖਜਿੰਦਰ ਸਿੰਘ ਜੀ ਜ਼ਿਲ੍ਹਾ ਪਰਿਸ਼ਦ ਦੇ ਨੇ, ਇਹ ਜਗਦੇਵ ਸਿੰਘ ਸਾਡੇ ਬਲਾਕ ਦੇ ਹੈ, ਜਿਹੜੇ ਸਾਰੇ ਇਹਨਾਂ ਇਸ਼ੂਆਂ ਦੇ ਨਾਲ ਤਾਲੁਕ ਰੱਖਦੇ ਇਲੈਕਟਡ ਲੋਕਾਂ ਦੇ। आज राज्यपाल से मिलकर आए हैं, तो घग्गर के पानी की आपने बात की, पंजाब में पानी का मुद्दा काफ़ी करवाया हुआ, आपको लग रहा है, आपको पता भी है इस चीज़ को लेकर पंजाब का पानी नीचे जा रहा है, तो उस चीज़ को लेकर आपने बात की जब घग्गर का पानी वहाँ निकलता है तो कितना नुकसान होता है, इसको कैसे रोककर पंजाब में वापस लाया जा सकता है? हमने जो रिक्वेस्ट की है कि उस मुद्दे को मैं लेकर आऊँगी, उस मुद्दे को मैं लेकर आऊँगी, क्योंकि आज तो शहीदों का, हिस्टोरियंस का मुद्दे थे और जहाँ पंचायत का था, उसके बारे में डिटेल मैं थोड़ी बता देती हूँ आपको कि 145 करोड़ रुपया मैं उस वक्त लेकर आई थी 2002 वाली सरकार में जब कैप्टन थे, तो 2 बार लेकर आके फर्स्ट टाइम इन द हिस्ट्री कि हमने वो शुरू करवाया जो उधर से बना हुआ था घग्गर का पुल बनवा के हमने बनाया। और हमारे मकोड़ साहब इनके गाँव तक आकर जब रुक गया, हमारी सरकार चली गई, दूसरी सरकार आ गई, किसी ने आगे कोशिश नहीं की। ये बहाना बनाते हैं कि हरियाणा के साथ हमारा इशू है। मैं मानती हूँ कि हरियाणा के साथ इशू तब होगा जब जाखल जहाँ से हरियाणा शुरू होता है वहाँ तक तो जैसे हमने कर दिया 75% पूरा, तो 25% तो आप अपने पंजाब के एरिया में कर सकते हो। और दूसरी बात, अगर जो बैठ कर बातें करें, हम नहीं समझते कि किसी हरियाणा में या किसी पंजाब में नुकसान हो, उसका देयर इज़ अल्टरनेटिव। हम अल्टरनेटिव सजेस्ट करेंगे कि उसमें अल्टरनेटिव है, कैसे पानी हम स्टोर करके उसमें से बिजली निकाल सकते हैं, वो पानी हम किसी और को नहीं देंगे। तो आई थिंक कि जो सरकार जिसको कहती है हम आम आदमी की सरकार है, आम आदमी क्या पंचायतों के होते हैं, इनका गल घुट दिया। आम आदमी कहते हैं हम शहीदों को चलते हैं, शहीदों का नाम वैसे कर दिया। तो ये नाम की रहेगी आम आदमी पार्टी की सरकार, सरकार तो खास आदमियों से भी बड़ी चल रही है। एक बंदी सिखों को लेकर लगातार मोहाली में बड़ा मोर्चा चल रहा है, ऐसे जत्थेबंदियों का, आपको क्या लगता है कि जैसे जैन सिंह की शहादत हुई थी तो उन लोगों को छुड़वाने की बात की जा रही है, आपको क्या लगता है, आपका स्टैंड क्या है? देखिए, हमारी जो पार्टी का स्टैंड है वही हमारा स्टैंड है, लेकिन हम समझते हैं कि अगर किसी का रिकॉर्ड अच्छा है, अगर किसी ने अपनी सज़ा पूरी कर ली है, जैसे हम समझते हैं उस वक्त जब टेररिज्म था हम मेन स्ट्रीम में लेकर आए थे कुछ लोगों को, अगर अब भी हम समझते हैं कि मेन स्ट्रीम में लाने के कारण या कानूनी तौर पे जैसे जिसका पूरा हुआ है, तो हमें इसके ऊपर कोई ऐसा एतराज़ नहीं। मैडम, नवजोत सिंह सिद्धू होरां दी रिलीज़ दी एक्सपेक्टेशन सी कि उन्होंने रिलीज़ किया जा सकता है। अमरिंदर सिंह राजा वड़िंग होरां ने भी पिछले कल ट्वीट किया कि सरकार ने उन्होंने रिलीज़ कर देना चाहिए, पर सरकार ने रिलीज़ नहीं किया उन्होंने फिलहाल जो भी सारे लोग समझते हैं कि उनकी सज़ा कंप्लीट होगी अकॉर्डिंग टू जो गवर्नमेंट का रूल चलते हैं, उसमें 1-2-4 महीने पहले कर देते हैं। तो उनके साथ बल्कि कुछ बंदे और थे, शायद 32 थे या कुछ थे, उन सब का केस जो उन्होंने अखबारों में देखा या आपके मीडिया के जरिए सुना कि CM साहब ने बाहर से आते हुए बॉम्बे से एक फ़ाइल फटाफट वो अपने पास मंगवा ली। क्या राज है उसमें? कहीं ये डर था कि कोई और निकाल ना दे? ये इनजस्टिस हुआ है, इसके ऊपर उनको सिद्धू का पूरा हो गया, सबको सज़ा कर दी है और हमेशा होता है ऐसे। 15 अगस्त तो 26 जनवरी वो करते हैं, जिनको करना चाहिए था। ਪ੍ਰਨੀਤ ਕੌਰ ਜੀ ਦਾ ਟਵੀਟ ਸਾਹਮਣੇ ਆਇਆ ਹੈ, ਹੋ ਗਿਆ ਕਾਂਗਰਸ ਦੇ ਵਿੱਚ ਰਹੇ ਨੇ ਉਹ ਤੇ ਹੁਣ ਭਾਜਪਾ ਦੇ ਹੋ ਗਏ, ਪਰ ਦੂਸਰੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਦਾ ਜ਼ਿਕਰ ਲਗਾਤਾਰ ਚੱਲ ਰਿਹਾ ਸੀ, ਉਹਨੂੰ ਵੀ ਹੁਣ ਪਾਰਟੀ ਨੇ ਬਾਹਰ ਦਾ ਰਸਤਾ ਇੱਕ ਹਿਸਾਬ ਨਾਲ ਦਿਖਾ ਦਿੱਤਾ ਹੈਗਾ। ਤਾਂ ਕੀ ਮੰਨਦੇ ਹੋ ਕਿ ਦੇਰੀ ਕੀਤੀ ਹੈ ਜਾਂ ਪਹਿਲਾਂ ਹੀ ਕੰਮ ਕਰ ਦੇਣਾ ਚਾਹੀਦਾ? ਪ੍ਰਨੀਤ ਕੌਰ ਜੀ ਦਾ ਟਵੀਟ ਵੀ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਦੀ ਹਮੇਸ਼ਾ ਸੇਵਾ ਕੀਤੀ ਹੈ, ਕਾਂਗਰਸ ਜੋ ਕਰਨਾ ਚਾਹੇ ਉਹ ਕਰ। ਜੇ ਉਹਨਾਂ ਨੇ ਸੇਵਾ ਕੀਤੀ ਹੈ ਤਾਂ ਕਾਂਗਰਸ ਨੇ ਬਹੁਤ ਵੱਡੇ ਮਾਨ ਦੇ ਕੇ ਸੈਂਟਰ ਤੱਕ ਵਜ਼ੀਰ ਵੀ ਬਣਾਇਆ ਉਹਨਾਂ ਨੂੰ। ਲੇਕਿਨ ਅੱਜ ਜਦੋਂ ਸਾਰੀ ਜਿਹੜੀ ਹੈਗੀ ਡਿਸਪਲਿਨਰੀ ਕਮੇਟੀ ਉਹਦੇ ਕੋਲ ਇਸ਼ੂ ਆਇਆ, ਉਹਨਾਂ ਨੇ ਸਾਰੇ ਪੱਖ ਦੇਖੇ ਹੈ। ਜੇ ਉਹਨਾਂ ਨੂੰ ਲੱਗਿਆ ਹੈਗਾ ਕਿ ਕਿਸੇ ਥਾਂ ਤੇ ਇਹਨਾਂ ਨੇ ਕਾਂਗਰਸੀ ਹੁੰਦਿਆਂ ਹੋਇਆਂ, ਜੋ ਆਮ ਤੌਰ ਤੇ ਚਰਚਾ ਚੱਲਦੀ ਸੀਗੀ ਕਿ ਜਦੋਂ ਅਸੈਂਬਲੀ ਹੋਈ ਹੈ ਇੱਥੇ ਆਏ ਰਾਜਨਾਥ ਜੀ ਆਏ ਨੇ, ਹੋਰ ਆਏ ਪਟਿਆਲੇ ਕੰਪੇਨ ਕਰਨ ਵਾਸਤੇ ਕੈਪਟਨ ਸਾਹਿਬ ਦੀ, ਤੇ ਕਾਂਗਰਸੀ ਹੁੰਦੇ ਹੋਏ ਉਸ ਕੰਪੇਨ ਵਿੱਚ ਸ਼ਾਮਲ ਹੋਣਾ, ਉਹਦੇ ਮੁਤਾਬਕ ਇਹ ਸਮਝਦੇ ਆ ਕਿ ਇਹ ਐਂਟੀ ਪਾਰਟੀ। लोकसभा च भी क्या शिकायत की जाएगी इसकी, क्योंकि वो सांसद तो हले भी नहीं, और पार्टी क्या लोकसभा जाके शिकायत भी करेगी क्या उनकी मैंबरशिप रद्द होगी? नहीं, वो तो चलो सेपरेट इशू है, दिस इज़ एडमिनिस्ट्रेटिव एंड लीगल पॉइंट है।
करना चाहेगा तो कर लेगा। पंजाब के अब मुख्यमंत्री रहे हैं जी, पंजाब के एजुकेशन सिस्टम को कैसे देखते हैं? आज पंजाब के बहुत सारे प्रिंसिपल्स को सिंगापुर भेजा गया, आपको क्या लगता है कि पंजाब के शिक्षक अच्छे नहीं हैं, उनको बाहर से सीखना पड़ रहा है? हमने जब से सुर्त संभाली है ऐसी सरकार पहली बार देख रहे हैं जिसको हम फेलियर कहें, जैसे अनजान पने वाले। क्या हो रहा है जो किसी को नहीं समझ आ रहा। ब्यूरोक्रेसी पूरी तरह खुश नहीं है, मुलाजम पूरी तरह खुश नहीं है, पब्लिक पूरी तरह खुश नहीं, वो रिजल्ट दिखा चुके हैं। एक फैसला लेते हैं इधर से पास कर देते हैं, जाते जाते दिल्ली तक बदल जाता है। इसलिए सरकार चला कौन रहा है अभी तक तो ये नहीं समझ आ रही कि लोगों ने तो पंजाब में पंजाब के लोगों को चुना था, फैसले कौन ले रहा है, विक्टिमाइजेशन क्यों हो रही है। आज पंजाब की जो सिचुएशन है, तरसजोग हालत, किस तरीके से लॉ एंड ऑर्डर कितनी बुरी तरह से हमारा फेल हो चुका है, किस तरीके से अपनी मर्जी से आज इस विजिलेंस को भेज दिया, कल उसको भेज दिया, परसों उसको भेज दिया। विजिलेंस इज ए विंग ऑफ द गवर्नमेंट, तो उसका अपना काम है करे। सरकार की क्या प्राप्तियाँ हैं ये तो बताए ना, शहीदों के पास नाम काटने। एजुकेशन बता दो, एजुकेशन सिस्टम अच्छा नहीं है पंजाब का, तो यहाँ के लोगों को बाहर से सीख के आना पड़ेगा जी। मैं तो समझती हूँ कि भगवंत मान जी ने कहा था बाहर के गोरे इधर आएंगे, अभी तक तो उनका परिवार ही नहीं इधर आया, बाकी कौन आ जाएंगे। हमारा सिस्टम बहुत अच्छा है और अच्छा बनाना चाहिए। ਤੁਹਾਡੇ ਨਾਲ ਦੀ ਚਰਚਾ ਹੈ ਕਿ ਭਾਜਪਾ ਦੇ ਨੇੜੇ ਸ਼ਾਇਦ ਗੱਲਬਾਤ ਚੱਲਦੀ ਹੈ, ਭਾਜਪਾ ਸ਼ਾਮਲ ਕਰ ਸਕਦੇ ਹੋ? ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਗਏ। ਰਜਿੰਦਰ ਕੌਰ ਭੱਠਲ ਕਾਂਗਰਸ 'ਚ ਜੰਮੀ ਹੈ, ਕਾਂਗਰਸ 'ਚ ਮਰੂਗੀ ਹਰ ਥਾਂ ਤੇ। ਮੈਂ ਮੈਡਮ ਕਹਿੰਦੀ ਸਿਕਿਉਰਿਟੀ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ? ਜੋ ਲੀਡਰ ਦੀ ਸਿਕਿਉਰਿਟੀ ਪ੍ਰੂਵ ਕੀਤੀ ਹੈ, ਚੈੱਕ ਕੀਤੀ ਗਈ ਹੈ, ਤੁਹਾਡੀ ਸਿਕਿਉਰਿਟੀ ਨੂੰ ਲੈ ਕੇ? ਦੇਖੋ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਨੂੰ ਨਹੀਂ ਪਤਾ ਕੀ ਰੰਜਿਸ਼ ਹੈ। ਤੁਸੀਂ ਖੁਦ ਆਪ ਦੱਸੋ ਕਿ ਜਿਹੜੇ ਆਪਣੇ ਸਾਬਕਾ ਚੀਫ ਮਿਨਿਸਟਰ ਨੇ ਸਾਰਿਆਂ ਨੂੰ, ਚਾਹੇ ਉਹ ਕੈਪਟਨ ਹੋਣ, ਦੂਜੀ ਬੀਜੇਪੀ 'ਚ ਹੋਣ, ਚਾਹੇ ਉਹ ਚੰਨੀ, ਮੈਂ ਉਹਨਾਂ ਤੋਂ ਇਤਰਾਜ਼ ਨਹੀਂ ਕਰਦੀ, ਦੇਣੀ ਚਾਹੀਦੀ ਹੈ। ਲੇਕਿਨ ਜੇ ਸਾਰਿਆਂ ਨੂੰ ਸਿਕਿਉਰਿਟੀ ਦਿੱਤੀ ਵੀ ਹੈ ਤੇ ਰਜਿੰਦਰ ਕੌਰ ਭੱਠਲ ਤਾਂ ਉਸ ਵਕਤ ਦੀ ਐਕਸ ਚੀਫ ਮਿਨਿਸਟਰ ਹੈ ਜਦੋਂ ਟੈਰਰਿਜ਼ਮ ਦੇ ਨਾਲ ਲੜਦੇ ਸੀਗੇ ਤੇ ਮੇਰੀ ਸਿਕਿਉਰਿਟੀ ਕੱਟੀ ਹੈ। ਮੈਨੂੰ ਤਾਂ ਕਦੇ ਕਦੇ ਇਹ ਲੱਗਦਾ ਵੀ ਸਾਡੇ ਇਹ ਭਗਵੰਤ ਮਾਨ ਜੀ ਇੱਕ ਵਾਰ ਇਲੈਕਸ਼ਨ 'ਚ ਖੜੇ ਹੋਏ ਸੀ ਲਹਿਰੇ, ਤੇ ਉਹ ਲਹਿਰੇ ਤੋਂ ਹਾਰ ਗਏ ਸੀ, ਤੀਜੇ ਨੰਬਰ ਤੇ ਆਏ ਸੀਗੇ। ਸ਼ਾਇਦ ਉਹ ਰੰਜਿਸ਼ ਕੱਢਣ ਲਈ ਛੋਟਾ ਜਿਹਾ ਮੁੱਦਾ ਹੀ ਚਾਹੀਦਾ ਸੀ ਉਹਨਾਂ ਨੂੰ, ਹੋਰ ਕੁਝ ਕੱਢ ਲੈਂਦੇ। ਗਵਰਨਰ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ? ਨਹੀਂ, ਅਸੀਂ ਕੀਤਾ ਹੈ ਕਿ ਸਾਡੇ ਨਾਲ ਜਿਸ ਤਰ੍ਹਾਂ ਆ ਸਾਡੇ ਇੰਸਟੀਚਿਊਸ਼ਨ ਚੱਲਦੇ ਇੰਸਟੀਚਿਊਸ਼ਨ ਵਾਪਸ ਲਏ ਗਏ ਨੇ, ਇਹਨਾਂ ਦੇ ਵਿੱਚ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਹੈ ਤੇ ਮੇਰੇ ਨਾਲ ਵੀ ਧੱਕਾ ਕੀਤਾ ਹੈ। ਮੇਰੇ ਨਾਲ ਤਾਂ ਕਰੀ ਜਾਣ, ਮੈਂ ਬਰਦਾਸ਼ਤ ਕਰ ਲੂੰਗੀ, ਮੈਨੂੰ ਕੋਈ ਪਰਵਾਹ ਨਹੀਂ। ਆਹ ਜਿਹੜੇ ਸਾਡੇ ਦੇਸ਼ ਭਗਤ ਹਿਸਟੋਰੀਅਨਸ ਦੇ ਨਾਮ ਮਿਟਾ ਕੇ ਤੇ ਆਹ ਜਿਹੜੀਆਂ ਪੰਚਾਇਤਾਂ, ਜਦੋਂ ਕਹਿੰਦੇ ਸੀ ਆਮ ਆਦਮੀ ਦੀਆਂ ਪੰਚਾਇਤਾਂ ਦੇ ਲੋਕ ਤਾਂ ਆਮ ਆਦਮੀ ਚੋਂ ਆਏ ਬਨੇ, ਆਮ ਲੈਵਲ ਦੇ ਬੰਦੇ ਨੇ, ਉਹਨਾਂ ਨਾਲ ਜਸਟਿਸ ਕੀਤਾ। ਇਹ ਇਸ਼ੂ ਸੀ ਜਿਹੜੇ ਲੈ ਕੇ ਮਿਲੇ ਆ। ਅਸੀਂ ਵਕਤਨ ਖਵਾਤਨ ਇਹਨਾਂ ਉੱਤੇ ਫੇਰ ਵੀ ਆਉਂਦੇ ਰਹਾਂਗੇ। ਥੈਂਕ ਯੂ, ਤੁਹਾਡਾ ਵੀ ਥੈਂਕ ਯੂ।